ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਦੀਆਂ ਖਾਸ ਅਤੇ ਤਾਜ਼ਾ ਅਪਡੇਟਸ। ਸਭ ਤੋਂ ਪਹਿਲਾਂ ਸਿੱਧਾ ਰੁਖ ਕਰਾਂਗੇ ਪੰਜਾਬ ਸਰਕਾਰ ਦੇ ਵੱਡੇ ਐਲਾਨ ਦੇ ਵੱਲ। ਪੰਜਾਬ ਸਰਕਾਰ ਦੇ ਵੱਲੋਂ ਕਰੋਨਾ ਦੇ ਲਗਾਤਾਰ ਵਧ ਰਹੇ ਕੇਸਾਂ ਨੂੰ ਵੇਖਦਿਆਂ ਹੁਣ ਪੰਜਾਬ ਦੇ ਵਿੱਚ ਸਖਤਾਈ ਕਰ ਦਿੱਤੀ ਗਈ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਨਾਈਟ ਕਰਫਿਊ ਲੱਗ ਚੁੱਕਿਆ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਤਾਜ਼ੇ ਦਿਨਾਂ ਦੇ ਵਿੱਚ, ਜੇਕਰ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਬੀਤੇ 2 ਦਿਨਾਂ ਦੇ ਵਿੱਚ ਪਟਿਆਲਾ, ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਦੇ ਵਿੱਚ, ਇਹਨਾਂ 3 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੋਰ ਨਾਈਟ ਕਰਫਿਊ ਲੱਗ ਗਿਆ। ਉਸ ਤੋਂ ਪਹਿਲਾਂ ਜਲੰਧਰ ਦੇ ਵਿੱਚ ਵੀ ਜਿਹੜਾ ਨਾਈਟ ਕਰਫਿਊ, ਪਟਿਆਲਾ ਦੇ ਵਿੱਚ ਵੀ ਨਾਈਟ ਕਰਫਿਊ, ਮੋਹਾਲੀ ਦੇ ਵਿੱਚ ਵੀ ਨਾਈਟ ਕਰਫਿਊ ਤੇ ਲਗਾਤਾਰ 7-8 ਸੂਬੇ ਪੰਜਾਬ ਦੇ ਵਿੱਚ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਨਾਈਟ ਕਰਫਿਊ ਹੁਣ ਤੱਕ ਲੱਗ ਚੁੱਕਿਆ। ਇਸ ਨਾਈਟ ਕਰਫਿਊ ਦਾ ਸਮਾਂ ਜਿਹੜਾ ਹੈ ਉਹ ਰਾਤ ਦੇ 11 ਵਜੇ ਤੋਂ ਸਵੇਰੇ 5 ਵਜੇ ਤੱਕ ਹੈ। ਇਸ ਦਰਮਿਆਨ ਤੁਸੀਂ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ। ਜੇਕਰ ਤੁਹਾਨੂੰ ਸਿਹਤ ਸੰਬੰਧੀ ਜ਼ਰੂਰਤ ਹੈ, ਐਮਰਜੈਂਸੀ ਹੈ, ਤਾਂ ਤੁਸੀਂ ਘਰ ਤੋਂ ਬਾਹਰ ਜਾ ਸਕਦੇ ਹੋ। ਤੁਸੀਂ ਸਰਕਾਰੀ ਨੌਕਰੀ ਦੇ ਉੱਤੇ ਹੋ, ਭਾਵ ਕਿ ਪੁਲਿਸ ਮੁਲਾਜ਼ਮ ਹੋ, ਫੌਜ ਦੇ ਵਿੱਚੋਂ ਜਾਂ ਫਿਰ ਜ਼ਰੂਰੀ ਸੇਵਾਵਾਂ ਜਿੱਦਾਂ ਕਿ ਡਾਕਟਰੀ ਸੇਵਾਵਾਂ ਦਿੰਦੇ ਹੋ, ਤਾਂ ਤੁਸੀਂ ਘਰਾਂ ਤੋਂ ਬਾਹਰ ਇਸ ਦਰਮਿਆਨ ਜਾ ਸਕਦੇ ਹੋ। ਤੇ ਉਧਰ ਦੂਜੇ ਪਾਸੇ ਪੰਜਾਬ ਸਰਕਾਰ ਨੇ ਵੱਡਾ ਐਲਾਨ ਪੰਜਾਬ ਦੇ ਵਿਦਿਆਰਥੀਆਂ ਨੂੰ ਲੈ ਕੇ ਕੀਤਾ ਹੈ। ਸਕੂਲ ਇੱਕ ਵਾਰ ਫਿਰ ਤੋਂ ਬੰਦ ਕਰ ਦਿੱਤੇ ਗਏ ਨੇ। ਪੰਜਾਬ ਦੇ ਵਿੱਚ ਸਕੂਲਾਂ ਨੂੰ ਛੁੱਟੀ ਹੋ ਚੁੱਕੀ ਹੈ। ਖਾਸ ਤੌਰ ਦੇ ਉੱਤੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਹੈ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਹੋਣ ਵਾਲੇ ਸਾਲਾਨਾ ਇਮਤਿਹਾਨਾਂ ਦੀ ਤਿਆਰੀ ਦੇ ਲਈ ਪ੍ਰੀ ਪ੍ਰਾਇਮਰੀ ਤੋਂ 12ਵੀਂ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ 13 ਮਾਰਚ ਤੋਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਕੋਵਿਡ ਦੀ ਸਥਿਤੀ ਨੂੰ ਰਿਵਿਊ ਕਰਨ ਲਈ ਮੁੱਖ ਸਕੱਤਰ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗਾਂ ਵਿੱਚ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਮਿਲੇ ਸੁਝਾਵਾਂ ਦੇ ਮੱਦੇਨਜ਼ਰ ਛੁੱਟੀਆਂ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਉਹਨਾਂ ਕਿਹਾ ਹੈ ਕਿ ਸਕੂਲਾਂ ਵਿੱਚ ਅਧਿਆਪਕ ਪਹਿਲਾਂ ਦੀ ਤਰ੍ਹਾਂ ਆਉਂਦੇ ਰਹਿਣਗੇ। ਵਿਦਿਆਰਥੀਆਂ ਵੱਲੋਂ ਸਾਰੀਆਂ ਜਮਾਤਾਂ ਦੇ ਇਮਤਿਹਾਨ ਕੋਵਿਡ-19 ਸੰਬੰਧੀ ਵੱਖ-ਵੱਖ ਸਮੇਂ ਤੇ ਜਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਾਇਰੈਕਟਰੇਟ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪਰਿਸ਼ਦ ਪੰਜਾਬ ਦੁਆਰਾ ਜਾਰੀ ਕੀਤੀਆਂ ਜਾਣ ਵਾਲੀਆਂ ਹਦਾਇਤਾਂ ਅਨੁਸਾਰ ਆਫਲਾਈਨ ਲਏ ਜਾਣਗੇ। ਪਰ ਇਸ ਵਿੱਚ ਧਿਆਨ ਰੱਖਿਆ ਜਾਵੇਗਾ ਕਿ ਸਕੂਲਾਂ ਵਿੱਚ ਜ਼ਿਆਦਾ ਭੀੜ ਨਾ ਹੋਵੇ। ਜਿੱਥੇ ਕਿਤੇ ਅਧਿਆਪਕਾਂ ਦੀ ਵਿਦਿਆਰਥੀ ਕਰੋਨਾ ਤੋਂ ਪ੍ਰਭਾਵਿਤ ਪਾਏ ਜਾਂਦੇ ਨੇ ਤਾਂ ਸੰਬੰਧਿਤ ਸਕੂਲ ਵੱਲੋਂ ਸਿਹਤ ਵਿਭਾਗ ਨੂੰ ਕੋਵਿਡ-19 ਸੰਬੰਧੀ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਹੈ ਕਿ ਸਕੂਲਾਂ ਨੂੰ ਸਮੇਂ-ਸਮੇਂ ਤੇ ਵਿਭਾਗ ਵੱਲੋਂ ਜਾਰੀ ਪੱਤਰਾਂ ਵਿੱਚ ਦਰਜ ਦਿਸ਼ਾ ਨਿਰਦੇਸ਼ਾਂ ਤੇ ਭਾਰਤ ਸਰਕਾਰ, ਪੰਜਾਬ ਸਰਕਾਰ ਵੱਲੋਂ ਕੋਵਿਡ-19 ਸੰਬੰਧੀ ਹਦਾਇਤਾਂ ਦੀ ਵੀ ਪਾਲਣਾ ਕਰਨੀ ਯਕੀਨੀ ਬਣਾਉਣੀ ਪਏਗੀ। ਜ਼ਿਕਰਯੋਗ ਹੈ ਕਿ 5ਵੀਂ ਦੀਆਂ ਸਾਲਾਨਾ ਬੋਰਡ ਦੀਆਂ ਪ੍ਰੀਖਿਆਵਾਂ 16 ਮਾਰਚ ਤੋਂ, 8ਵੀਂ ਅਤੇ 12ਵੀਂ ਦੀਆਂ ਸਾਲਾਨਾ ਬੋਰਡ ਪ੍ਰੀਖਿਆਵਾਂ 22 ਮਾਰਚ ਤੋਂ ਅਤੇ 10ਵੀਂ ਦੀਆਂ ਸਾਲਾਨਾ ਬੋਰਡ ਪ੍ਰੀਖਿਆਵਾਂ 9 ਅਪ੍ਰੈਲ ਤੋਂ ਸ਼ੁਰੂ ਹੋਣੀਆਂ ਨੇ। ਨੌਨ ਬੋਰਡ ਜਮਾਤਾਂ ਵਿੱਚ 6ਵੀਂ, 7ਵੀਂ, 9ਵੀਂ ਅਤੇ 11ਵੀਂ ਦੇ ਪੇਪਰ 15 ਮਾਰਚ ਤੋਂ ਅਤੇ ਪਹਿਲੀ ਤੋਂ ਚੌਥੀ ਜਮਾਤੀਆਂ ਪ੍ਰੀਖਿਆਵਾਂ 7 ਮਾਰਚ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ। ਸੋ ਇਸ ਦਰਮਿਆਨ ਇਹ ਪ੍ਰੀਖਿਆਵਾਂ ਜਿਹੜੀਆਂ ਆਫਲਾਈਨ ਹੀ ਸਕੂਲਾਂ ਦੇ ਵਿੱਚ ਹੋਣਗੀਆਂ, ਇਸ ਗੱਲ ਦੀ ਸਾਫ਼ ਗੱਲ ਜਿਹੜੀ ਆਖ ਦਿੱਤੀ ਹੈ ਪੰਜਾਬ ਦੇ ਸਿੱਖਿਆ ਮੰਤਰੀ ਨੇ। ਪਰ ਜੇਕਰ ਸਮੇਂ-ਸਮੇਂ ਤੇ ਕੋਵਿਡ-19 ਦੇ ਨਾਲ ਸੰਬੰਧਿਤ ਅੰਕੜੇ ਕਿਤੇ ਵਾਧੇ ਨੇ ਤਾਂ ਇਹਨਾਂ ਸਾਰੇ ਫੈਸਲਿਆਂ ਨੂੰ ਇੱਕ ਵਾਰ ਫਿਰ ਤੋਂ ਰਿਵਿਊ ਵੀ ਕੀਤਾ ਜਾ ਸਕਦਾ ਹੈ। ਉਧਰ ਭਗਵੰਤ ਮਾਨ ਦੇ ਵੱਲੋਂ ਸੰਗਰੂਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਸ ਪ੍ਰੈਸ ਕਾਨਫਰੰਸ ਦੇ ਦਰਮਿਆਨ ਉਹਨਾਂ ਪੰਚਾਇਤੀ ਮਸਲਿਆਂ ਦੇ ਸਮੇਤ ਵੱਖ-ਵੱਖ ਮਸਲਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਹੈ। ਜਦੋਂ ਪੰਚਾਇਤ ਨੇ ਮਤਾ ਪਾਤਾ ਜੀ, ਮਤਾ ਪਾਤਾ ਕਿ ਨਹੀਂ ਦੇਣੇ, ਪੰਚਾਇਤ ਦਾ ਨਹੀਂ ਹੈਗਾ, ਨਾਲੇ ਕੱਲੀ ਦਾ ਗ੍ਰਾਮ ਸਭਾ ਦਾ। ਈਵਨ ਜੇ ਪੰਚਾਇਤ ਪਾ ਵੀ ਦਿੰਦੀ ਮਤਾ, ਗ੍ਰਾਮ ਸਭਾ ਇਹਨਾਂ ਦੇ ਮਤੇ ਦੇ ਉਲਟ ਜਾਂਦੀ ਤਾਂ ਗ੍ਰਾਮ ਸਭਾ ਦਾ ਮਤਾ ਕੰਸੀਡਰ ਹੁੰਦਾ ਉੱਥੇ ਹਾਈ ਕੋਰਟ 'ਚ। ਸੋ ਮੈਂ ਪਹਿਲਾਂ ਵੀ ਇਹ ਕਹਿੰਦਾ ਰਿਹਾ ਤੇ ਕਿਸਾਨ ਅੰਦੋਲਨ ਬਾਰੇ ਵੀ ਜਿਹੜੇ ਗ੍ਰਾਮ ਸਭਾ ਨੇ ਮਤੇ ਪਾਏ ਹੋਏ ਨੇ, ਕਿਉਂਕਿ ਕਿਸਾਨ ਅੰਦੋਲਨ ਕੋਰਟ 'ਚ ਨਹੀਂ ਗਿਆ, ਉਹ ਦੀ ਲੜਾਈ ਸਰਕਾਰ ਨਾਲ ਲੜ ਰਹੇ ਨੇ ਸਿੱਧੀ। ਈਵਨ ਉਹਨਾਂ ਨੇ ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਬਣਾਈ ਸੀ ਉਹ ਵੀ ਉਹਨਾਂ ਨੇ ਨਹੀਂ ਮੰਨੀ, ਠੀਕ ਹੈ ਨਾ। ਪਰ ਇਹ ਗ੍ਰਾਮ ਸਭਾ ਦੇ ਜਿਹੜੇ ਇਜਲਾਸ ਨੇ ਉਹਨਾਂ ਦੀ ਜਿੱਤ ਹੈ। ਪੜ੍ਹੇ ਲਿਖੇ ਸਰਪੰਚ ਹੋਣ ਦਾ ਫਾਇਦਾ ਹੈ, ਪੜ੍ਹੀ ਲਿਖੀ ਪੰਚਾਇਤ ਹੋਣ ਦਾ ਇਹ ਫਾਇਦਾ ਹੈ ਕਿ ਤੁਸੀਂ ਆਪਣੇ ਪਿੰਡਾਂ ਦੀ ਜ਼ਮੀਨ ਤਾਂ ਬਚਾ ਸਕਦੇ ਹੋ ਕਿ ਅਸੀਂ ਨਹੀਂ ਦੇਣੀ ਜ਼ਮੀਨ, ਕਿ ਕੋਰਟ ਨੇ ਕਿਹਾ ਹਾਂ ਨਹੀਂ ਦੇਣੀ, ਤਾਂ ਫਿਰ ਇਹਨਾਂ ਨੇ ਗ੍ਰਾਮ ਸਭਾ ਦਾ ਮਤਾ ਪਾਇਆ ਕਿ ਨਹੀਂ ਦੇਣੀ, ਤਾਂ ਉਹ ਕਹਿੰਦੇ ਨਹੀਂ ਜੀ ਇਹ ਤਾਂ ਆ ਹੈ ਤੇ ਤਾਂ ਆਲਮੋਸਟ ਮਾਫੀ ਮੰਗਣੀ ਪਈ ਹੈ ਕਿ ਅਸੀਂ ਗਲਤ ਸੀਗੇ। ਤੇ ਹਜੇ ਵੀ ਜੇ ਇਹ ਪ੍ਰਸ਼ਾਸਨ ਜਿਹੜਾ ਇਹ ਤੰਗ ਕਰੂਗਾ ਤਾਂ ਆਮ ਆਦਮੀ ਪਾਰਟੀ ਨਾਲ ਖੜੂਗੀ। ਤੇ ਆਹ ਜਿਹੜੇ ਪੰਚਾਇਤ ਦੇ ਰਹਿੰਦੇ ਕੰਮ ਨੇ, 1-2 ਕੇਸ ਹੋਰ ਚੱਲਦੇ ਨੇ ਹਾਈ ਕੋਰਟ 'ਚ, ਸਸਪੈਂਡ ਕਰਾਉਣਾ ਜੀ, ਕਹਿੰਦੇ ਕੰਮ ਕਿਉਂ ਕਰੀ ਜਾਂਦੇ ਲੋਕਾਂ ਦੇ, ਹੱਦ ਹੈ ਯਾਰ। ਮਤਲਬ ਆਪਦੇ ਪੱਲਿਓਂ ਪੈਸੇ ਲਾ ਕੇ ਇਹ ਮਤਲਬ ਕੋਰਟ ਦੇ ਕੇਸ ਲੜ ਰਹੇ ਨੇ। ਤੇ ਇੱਕ ਪਾਸੇ ਕਹਿੰਦੇ ਨੇ ਜਮਹੂਰੀਅਤ ਨੂੰ ਕਰ ਦੇਣਾ, ਅਸੀਂ ਬਹੁਤ
ਤਕੜਾ ਆ ਕਰ ਦਿਆਂਗੇ ਉਹ ਕਰ ਦਿਆਂਗੇ, ਤੇ ਦੂਜੇ ਪਾਸੇ ਜਿਹੜੇ ਸਰਪੰਚ ਜਿਹੜੇ ਨੇ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਇੱਦਾਂ ਰੋਕਦੇ ਨੇ। ਸੋ ਇਹ ਧੱਕੇਸ਼ਾਹੀ ਦੇ ਵਿਰੁੱਧ ਅੱਜ ਮੈਂ ਤੁਹਾਡੇ ਕੋਲੇ ਆਇਆ। ਉਧਰ ਪੰਜਾਬ ਸਰਕਾਰ ਦੇ ਵੱਲੋਂ ਸਕੂਲੀ ਸਿੱਖਿਆ ਦੇ ਦਰਮਿਆਨ ਵਰਤੋਂ 'ਚ ਆਉਣ ਵਾਲੀਆਂ ਕਿਤਾਬਾਂ ਦੀ ਕੀਮਤ ਨੂੰ ਵਧਾਉਣ ਦੇ ਉੱਤੇ ਅਕਾਲੀ ਦਲ ਨੇ ਟਿੱਪਣੀ ਕੀਤੀ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਦੀ ਵੱਲੋਂ ਕਾਂਗਰਸ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਕਿਤਾਬਾਂ ਦੇ ਉੱਤੇ ਜੋ ਰਾਸ਼ੀ ਵਧਾਈ ਗਈ ਹੈ ਬਹੁਤ ਜ਼ਿਆਦਾ ਹੈ, ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਸ ਨੂੰ ਘਟਾਇਆ ਜਾਣਾ ਚਾਹੀਦਾ ਹੈ। ਜਿਹੜੀਆਂ ਕਿਤਾਬਾਂ ਸਿੱਖਿਆ ਬੋਰਡ ਵੱਲੋਂ ਛਾਪੀਆਂ ਜਾਂਦੀਆਂ ਉਹਦੇ ਵਿੱਚ ਬੇਹਿਸਾਬਾ ਵਾਧਾ ਕੀਤਾ। ਜਿਹੜੀ 60 ਰੁਪਏ ਦੀ ਕਿਤਾਬ ਹੈ ਉਹ 160 ਰੁਪਏ ਦੀ ਹੁਣ ਮਿਲੇਗੀ, ਔਰ ਇਹਦੇ ਨਾਲ ਬੋਰਡ ਦੇ ਨਾਲ ਜਿੰਨੇ ਵੀ ਪ੍ਰਾਈਵੇਟ ਅਫੀਲੀਏਟਡ ਸਕੂਲ ਹੈ ਜਾਂ ਐਸੋਸੀਏਟਡ ਸਕੂਲ ਹੈ ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਹੈ, ਔਰ ਇਹਦੇ ਨਾਲ 20 ਲੱਖ ਦੇ ਕਰੀਬ ਮੈਂ ਸਮਝਦਾ ਕਿ ਬੱਚੇ ਜਿਹੜੇ ਆ ਉਹ ਪ੍ਰਭਾਵਿਤ ਹੋਣਗੇ। ਇੱਕ ਪਾਸੇ ਕਰੋਨਾ ਦੀ ਮਾਰ ਰੋਕਣ ਨੂੰ ਪਈ ਹੈ, ਔਰ ਆਮ ਪਰਿਵਾਰਾਂ ਦੇ ਇਹ ਬੱਚੇ ਆ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਇੱਕ ਪਾਸੇ ਤਾਂ ਚੁਣਾਵੀ ਬਜਟ ਦੇ ਵਿੱਚ ਤੁਸੀਂ ਵੱਡੇ ਵੱਡੇ ਵਾਅਦੇ ਕਰੀ ਜਾ ਰਹੇ, ਔਰ ਐਜੂਕੇਸ਼ਨ ਜਿਹੜੀ ਬੁਨਿਆਦੀ ਲੋੜ ਹੈ ਲੋਕਾਂ ਦੀ, ਔਰ ਇਸ ਮੌਕੇ ਤੁਸੀਂ ਪੇਰੈਂਟਸ ਦੇ ਉੱਤੇ ਏਡਾ ਵੱਡਾ ਬੋਝ ਪਾ ਰਹੇ ਹੋ, ਇਹ ਕਿਸੇ ਵੀ ਤਰੀਕੇ ਵਾਜਬ ਨਹੀਂ। ਇਹ ਵਾਧਾ ਤੁਰੰਤ ਵਾਪਸ ਲਓ, ਕਿਉਂਕਿ ਲੋਕੀ ਅੱਗੇ ਆਰਥਿਕ ਮੰਦਹਾਲੀ ਦੇ ਵਿੱਚੋਂ ਗੁਜ਼ਰ ਰਹੇ ਹਨ। ਉਧਰ ਦਿੱਲੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ। ਇਸ ਸੈਸ਼ਨ ਦੇ ਦਰਮਿਆਨ ਹੁਣ ਦਿੱਲੀ ਸਰਕਾਰ ਵੱਖੋ ਵੱਖਰੇ ਵਿਰੋਧੀਆਂ ਦੇ ਉੱਤੇ ਟਿੱਪਣੀਆਂ ਕਰਦੀ ਆ। ਮਨੀਸ਼ ਸਿਸੋਦੀਆ ਜੋ ਕਿ ਉਪ ਮੁੱਖ ਮੰਤਰੀ ਨੇ ਦਿੱਲੀ ਦੇ, ਉਹਨਾਂ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ ਖਾਸ ਤੌਰ ਦੇ ਉੱਤੇ ਵਿਰੋਧੀਆਂ ਦੇ ਉੱਤੇ, ਅਤੇ ਉਹਨਾਂ ਇਸ ਮੌਕੇ ਦੇ ਉੱਤੇ ਹਾਸੇ ਦੇ ਵਿੱਚ ਕਈਆਂ ਅਜਿਹੀਆਂ ਗੰਭੀਰ ਗੱਲਾਂ ਕਹਿ ਦਿੱਤੀਆਂ ਜੋ ਕਿਤੇ ਨਾ ਕਿਤੇ ਹੁਣ ਵਿਰੋਧੀਆਂ ਦੇ ਲਈ ਬਹੁਤ ਵੱਡੇ ਸਵਾਲ ਬਣਦੀਆਂ ਜਾ ਰਹੀਆਂ ਨੇ। दिल्ली के देश के हर एक बच्चे को, गरीब से गरीब आदमी के बच्चे को क्वालिटी एजुकेशन नहीं मिलेगी। भारत विकसित देशों की श्रेणी में ये कहते हैं मुंगेरी लाल के हसीन सपने देख रहे हो। हाँ जी, सपने तो देख रहे हैं, सपने देख रहे हैं, हमारे सपनों में दम है। हमें अपनी नीयत पे भरोसा है, आपको अपनी नीयत पे भरोसा नहीं है। आपकी प्रॉब्लम है, हमारी थोड़ी प्रॉब्लम है। आपके पास कोई विजन नहीं है, हमारे पास विजन है, वो आपकी प्रॉब्लम है, हमारी थोड़ी है। हमें अपनी शिक्षा पे भरोसा है। हमें पता है कि हम अपने बच्चों को अच्छी शिक्षा देंगे। 2000 आज जो बच्चा, किस बच्चे की बात की मैंने 2047 में, आज जो बच्चा पैदा हो रहा है 25 साल बाद कहीं ग्रेजुएशन में खड़ा होगा, पहली नौकरी दूसरी नौकरी कर रहा होगा ग्रेजुएशन के बाद में, मैं उस बच्चे की बात कर रहा हूं। उस बच्चे को इतनी शानदार शिक्षा देंगे, इतनी शानदार शिक्षा देंगे कि 2047 तक तब तो 25 साल का बनकर खड़ा होगा। उसकी इनकम सिंगापुर में बैठे हुए उसके काउंटर पार्ट की इनकम के बराबर होगी, उसकी एवरेज इनकम होगी। आपको शिक्षा पे भरोसा नहीं है, आपको कभी भी शिक्षा पे भरोसा नहीं रहा, आज कौन सा होगा? इनको शिक्षा पे कभी भरोसा नहीं रहा। अध्यक्ष महोदय, ये हंस इसलिए रहे हैं क्योंकि इनकी नीयत में खोट है, इनको अपने कर्मों में खोट है, और इनको शिक्षा पे भरोसा नहीं है। हमको अपने ऊपर आत्मविश्वास है। हम आत्मविश्वास से मुस्कुरा इसलिए रहे हैं क्योंकि हमें भरोसा है, हमारी नीयत साफ है, हमारी लीडरशिप की नीयत साफ है, हमें शिक्षा पे भरोसा है और हमें कर्मों पे भरोसा है। इसलिए हमने जो कुछ इस बजट में कहा है हम उसको हासिल करके रहेंगे। ये हमारा कमिटमेंट है खुद से। उधर आम आदमी पार्टी ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਸ ਪ੍ਰੈਸ ਕਾਨਫਰੰਸ ਦੇ ਦਰਮਿਆਨ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਜੋ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਰਹੇ ਨੇ, ਇਹਨਾਂ ਆਗੂਆਂ ਨੇ ਖਾਸ ਤੌਰ ਤੇ ਉੱਤੇ ਵਿਰੋਧੀਆਂ ਦੇ ਉੱਤੇ ਵੱਡੀਆਂ ਟਿੱਪਣੀਆਂ ਕੀਤੀਆਂ ਨੇ। ਆਮ ਆਦਮੀ ਪਾਰਟੀ ਵੱਲੋਂ ਇੱਕ ਖੁਲਾਸਾ ਕਿਸਾਨਾਂ ਨੂੰ ਲੈ ਕੇ ਮੁਲਕ ਦੇ ਵਿੱਚ ਕਿਸਾਨਾਂ ਦੇ ਨਾਮ ਦੇ ਉੱਪਰ ਕਾਰਪੋਰੇਟਸ ਦੇ ਭਰੇ ਜਾ ਰਹੇ ਖਜ਼ਾਨੇ ਨੂੰ ਲੈ ਕੇ ਖੁਲਾਸਾ ਅਸੀਂ ਕਰਨਾ ਚਾਹੁੰਦੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਕਿ ਬਹੁਤ ਵੱਡੀ ਪੱਧਰ ਤੋਂ ਪਿਛਲੇ ਕਈ ਮਹੀਨਿਆਂ ਤੋਂ ਪੂਰੇ ਮੁਲਕ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ, ਇਸ ਗੱਲ ਨੂੰ ਲੈ ਕੇ ਕਿ ਕੇਂਦਰ ਦੀ ਬੀਜੇਪੀ ਸਰਕਾਰ, ਨਰਿੰਦਰ ਮੋਦੀ ਜੀ ਦੀ ਸਰਕਾਰ ਜਿਹੜੀ ਉਹ ਸਾਰੀ ਕਿਸਾਨੀ ਨੂੰ, ਸਾਰੀ ਖੇਤੀਬਾੜੀ ਨੂੰ ਕਾਰਪੋਰੇਟਸ ਦੇ ਕੋਲ ਵੇਚਣ ਜਾ ਰਹੀ ਹੈ। ਅਜਿਹੇ ਕਾਨੂੰਨ, ਅਜਿਹੀਆਂ ਪਾਲਿਸੀਜ਼ ਡਿਜ਼ਾਈਨ ਕੀਤੀਆਂ ਜਾ ਰਹੀਆਂ ਨੇ ਜਿਹਦੇ ਨਾਲ ਜਿਹੜੇ ਕਿਸਾਨਾਂ ਦੇ ਹਿੱਤ ਹੈ, ਖੇਤੀਬਾੜੀ ਦੀ ਆਮਦਨ ਹੈ, ਉਹ ਕਾਰਪੋਰੇਟਸ ਵੱਲ ਨੂੰ ਡਿਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਪਾਸੇ ਤਾਂ ਸੂਬੇ ਦੇ ਕਿਸਾਨ ਔਰ ਮੁਲਕ ਦੇ ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਰ ਦੇ ਉੱਪਰ, ਵੱਖ-ਵੱਖ ਮੋਰਚਿਆਂ ਦੇ ਉੱਪਰ ਲੜਾਈ ਲੜ ਰਹੇ ਨੇ ਉਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ। ਪਰ ਦੂਜੇ ਪਾਸੇ ਅੱਜ ਤੁਹਾਡੇ ਰਾਹੀਂ ਇਹ ਦੱਸਣਾ ਚਾਹਾਂਗੇ ਕਿ ਇਹਨਾਂ ਕਾਨੂੰਨਾਂ ਤੋਂ ਪਹਿਲਾਂ ਹੀ, ਇਹਨਾਂ 3 ਕਾਲੇ ਕਾਨੂੰਨਾਂ ਤੋਂ ਪਹਿਲਾਂ ਹੀ ਕੇਂਦਰ ਦੀ ਬੀਜੇਪੀ ਸਰਕਾਰ ਆਪਣੇ
ਗਲਤ ਇਰਾਦੇ ਇਸ ਮੁਲਕ ਦੇ ਵਿੱਚ ਵੱਖ-ਵੱਖ ਯੋਜਨਾਵਾਂ ਦੇ ਰਾਹੀਂ, ਵੱਖ-ਵੱਖ ਕਾਨੂੰਨਾਂ ਦੇ ਰਾਹੀਂ ਇੰਪਲੀਮੈਂਟ ਕਰ ਚੁੱਕੀ ਹੈ। ਉਹਨਾਂ ਦੇ ਵਿੱਚੋਂ ਇੱਕ ਹੈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ। ਕਿਸਾਨਾਂ ਦੀ ਫਸਲ ਜਦੋਂ ਖਰਾਬ ਹੁੰਦੀ ਹੈ, ਕਿਸਾਨਾਂ ਦੀ ਫਸਲ ਖਰਾਬ ਹੋਣ ਤੇ ਉਹਨਾਂ ਨੂੰ ਮੁਆਵਜ਼ਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੇਣ ਦਾ ਜਿਹੜਾ ਰਿਵਾਜ ਹੈ ਉਹ ਡੈਮੋਕ੍ਰੈਟਿਕ ਗਵਰਨਮੈਂਟਸ ਤੋਂ ਵੀ ਪਹਿਲਾਂ ਦਾ ਹੈ, ਲੋਕਤੰਤਰਿਕ ਸਰਕਾਰਾਂ ਤੋਂ ਵੀ ਪਹਿਲਾਂ ਦਾ। ਰਾਜਿਆਂ ਦੇ ਰਾਜ ਦੇ ਵਿੱਚ ਵੀ ਆਪਾਂ ਸੁਣਦੇ ਆਉਂਦੇ ਹਾਂ ਕਿ ਜਦੋਂ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਜਾਂਦੀਆਂ, ਉਹਨਾਂ ਨੂੰ ਅਨਾਜ ਦੇ ਰੂਪ ਦੇ ਵਿੱਚ ਜਾਂ ਕਿਸੇ ਹੋਰ ਰੂਪ ਦੇ ਵਿੱਚ ਉਹਨਾਂ ਦੀ ਪੂਰਤੀ ਕੀਤੀ ਜਾਂਦੀ ਹੈ, ਉਹਨਾਂ ਨੂੰ ਕੋਈ ਨਾ ਕੋਈ ਮੁਆਵਜ਼ਾ ਦਿੱਤਾ ਜਾਂਦਾ। ਪਰ ਕੇਂਦਰ ਦੀ ਬੀਜੇਪੀ ਸਰਕਾਰ ਨੇ ਜਿਹੜਾ ਇਹ ਮੁਆਵਜ਼ਾ ਹੈ, ਫਸਲਾਂ ਦੇ ਖਰਾਬ ਹੋਣ ਤੋਂ ਦਿੱਤਾ ਜਾਣ ਵਾਲਾ ਮੁਆਵਜ਼ਾ, ਉਹਦੇ ਲਈ ਵੀ ਇਸ ਤਰ੍ਹਾਂ ਦੀਆਂ ਪਾਲਿਸੀਜ਼ ਡਿਜ਼ਾਈਨ ਕਰ ਦਿੱਤੀਆਂ ਕਿ ਉਹ ਮੁਆਵਜ਼ਾ ਵੀ ਕਿਸਾਨਾਂ ਦੇ ਕੋਲ ਜਾਣ ਦੀ ਬਜਾਏ ਕਾਰਪੋਰੇਟ ਕੰਪਨੀਆਂ ਦੇ ਕੋਲ ਜਾਵੇ। ਉਧਰ SC/ST ਕਮਿਸ਼ਨ ਦੇ ਚੇਅਰਮੈਨ ਬਣਨ ਤੋਂ ਬਾਅਦ ਭਾਜਪਾ ਆਗੂ ਵਿਜੇ ਸਾਂਪਲਾ ਲੁਧਿਆਣਾ ਦੇ ਵਿੱਚ ਪਹੁੰਚੇ ਨੇ, ਜਿਸ ਮੌਕੇ ਦੇ ਉੱਤੇ ਵਿਜੇ ਸਾਂਪਲਾ ਨੇ ਕਿਹਾ ਹੈ ਕਿ SC/ST ਵਰਗ ਨੂੰ ਜਿਸ ਤਰ੍ਹਾਂ ਦੀਆਂ ਵੀ ਮੁਸ਼ਕਲਾਂ ਆ ਰਹੀਆਂ ਨੇ, ਉਹਨਾਂ ਮੁਸ਼ਕਲਾਂ ਦਾ ਜਲਦ ਨਿਵਾਰਨ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ। ਸਾਥੀਓ, ਇੱਦਾਂ ਹੈ ਕਿ ਵੀ ਅਨੁਸੂਚਿਤ ਜਾਤੀ ਕਮਿਸ਼ਨ ਜਿਹੜਾ ਹੈ ਪਿਛਲੇ 10-11 ਮਹੀਨੇ ਤੋਂ ਉਹਦੀ ਚੇਅਰਮੈਨ ਦੀ ਨਿਯੁਕਤੀ ਨਹੀਂ ਸੀ ਹੋਈ, ਜਿਹਦੇ ਕਰਕੇ ਕਾਫੀ ਕੇਸਿਸ ਜਿਹੜੇ ਸੀਗੇ ਔਰ ਕਾਫੀ ਕੰਮ ਪਿਆ ਹੈ। ਔਰ ਇਹਦਾ ਮੁੱਖ ਰੂਪ 'ਚ ਕੰਮ ਜਿਹੜਾ ਆ ਉਹ 3 ਤਰੀਕੇ ਦੇ ਨਾਲ ਇਹ ਕੰਮ ਕਰਦਾ ਕਿ ਇੱਕ ਤਾਂ ਸਮਾਜਿਕ ਲੋਕਾਂ ਵੱਲੋਂ ਆਮ ਪਬਲਿਕ ਦੇ ਵਿੱਚ ਜਿਹੜਾ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਉੱਤੇ ਅਤਿਆਚਾਰ ਹੁੰਦੇ ਆ, ਉਹਨਾਂ ਦਾ ਨਿਵਾਰਨ ਔਰ ਉਹਨਾਂ ਨੂੰ ਇਨਸਾਫ ਦਿਵਾਉਣ ਦਾ ਇਹਦਾ ਕੰਮ ਹੈ। ਦੂਸਰਾ, ਜਿਹੜੇ ਪ੍ਰਸ਼ਾਸਨ ਦੇ ਵਿੱਚ ਕੰਮ ਕਰਦੇ ਅਨੁਸੂਚਿਤ ਜਾਤੀ ਦੇ ਲੋਕ, ਨੌਕਰੀ ਪੇਸ਼ੇ ਵਾਲੇ ਨੇ, ਉਹਨਾਂ ਦੇ ਉੱਤੇ ਵੀ ਜਿਹੜਾ ਹੋ ਰਿਹਾ ਅਤਿਆਚਾਰ, ਔਰ ਪ੍ਰਾਈਵੇਟ ਸੰਸਥਾਵਾਂ 'ਚ ਵੀ ਜਿਹੜੇ ਕੰਮ ਕਰ ਰਹੇ ਉਹਨਾਂ ਨੂੰ ਵੀ ਨਿਆਂ ਦਿਵਾਉਣਾ ਔਰ ਉਹਨਾਂ ਦਾ ਜਿਹੜਾ ਕਸ਼ਟ ਨਿਵਾਰਨ ਦਾ ਕੰਮ ਜਿਹੜਾ ਇਹ ਆਯੋਗ ਕਰਦਾ ਹੈ। ਔਰ ਤੀਸਰਾ, ਜਿਹੜਾ ਸਰਕਾਰ ਦੀਆਂ ਯੋਜਨਾਵਾਂ ਹੁੰਦੀਆਂ, ਉਹ ਚਾਹੇ ਸੂਬਾ ਸਰਕਾਰ ਦੀ ਹੋਵੇ, ਚਾਹੇ ਕੇਂਦਰ ਸਰਕਾਰ ਦੀ ਹੋਵੇ, ਔਰ ਚਾਹੇ ਅਰਧ ਸਰਕਾਰੀ ਜਿਨ੍ਹਾਂ ਨੂੰ ਅਸੀਂ ਸੈਮੀ ਗਵਰਨਮੈਂਟ ਵੀ ਕਹਿੰਦੇ ਹਾਂ ਉਹਨਾਂ ਦੀ ਹੋਵੇ, ਔਰ ਕਿਸੇ ਵੀ ਸਰਕਾਰੀ ਜਾਂ PSU ਜਿਹੜੇ ਪਬਲਿਕ ਸੈਕਟਰ ਦੇ ਯੂਨਿਟਸ ਨੇ, ਉਹਨਾਂ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਯੋਜਨਾਵਾਂ ਜਿਹੜੀਆਂ ਬਣਦੀਆਂ, ਉਹਨਾਂ ਨੂੰ ਲਾਗੂ ਕਰਾਉਣ ਦਾ ਕੰਮ ਵੀ ਜਿਹੜਾ ਆ ਉਹ ਇਸ ਕਰਾਉਂਦਾ ਆ। ਔਰ ਉਹਦਾ ਸਹੀ ਕਿਰਿਆਵਨ ਹੋਵੇ, ਉਹ ਸਹੀ ਉਹਦਾ ਵਿਤਰਣ ਹੋਵੇ, ਸਹੀ ਲਾਗੂ ਹੋਣ, ਇਸ ਦੀ ਦੇਖ ਰੇਖ ਕਰਨ ਦਾ ਕੰਮ ਵੀ ਜਿਹੜਾ ਆ ਉਹ ਕਮਿਸ਼ਨ ਜਿਹੜਾ ਉਹ ਕਰਦਾ ਹੈ। ਔਰ ਚੌਥੇ ਰੂਪ ਦੇ ਵਿੱਚ ਜਿਹੜਾ ਕਮਿਸ਼ਨ ਹੈ ਉਹ ਸਮਾਜਿਕ ਜਥੇਬੰਦੀਆਂ ਨਾਲ, ਸਿੱਖਣ ਸੰਸਥਾਵਾਂ ਦੇ ਨਾਲ, ਜਿਹਦੇ 'ਚ IIT ਵੀ ਜਾਂ ਦੂਸਰਿਆਂ ਦੇ ਜਿਹੜੇ ਵੀ ਰਿਸਰਚ ਫੈਲੋ, ਔਰ ਨਾਲ ਗੌਰਮੈਂਟ ਦੀਆਂ ਜਿੰਨੀਆਂ ਵੀ ਅਨੁਸੂਚਿਤ ਜਾਤੀ ਦੇ ਲੋਕਾਂ ਨਾਲ ਸੰਬੰਧਿਤ ਰੱਖਦੀਆਂ ਯੂਨੀਅਨਸ ਕਹਿ ਲਈਏ ਜਾਂ ਸੰਸਥਾਵਾਂ ਕਹਿ ਲਈਏ, NGO ਦੇ ਨਾਲ ਸਮੇਂ-ਸਮੇਂ 'ਤੇ ਬੈਠ ਕੇ ਉਹਨਾਂ ਦੇ ਅਨੁਭਵਾਂ ਦੇ ਉੱਤੇ ਇੱਕ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਵੀ ਦੇਣ ਦਾ ਕੰਮ ਅਸੀਂ ਜਿਹੜਾ ਕਰਾਂਗੇ ਹੁਣ, ਜਿਸ ਦਾ ਮਤਲਬ ਇਹ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮੱਸਿਆਵਾਂ ਨਾ ਆਉਣ। ਉਧਰ ਹਰਿਆਣਾ ਸਰਕਾਰ ਦੇ ਵੱਲੋਂ ਵੀ ਆਖਰਕਾਰ ਆਪਣਾ ਬਜਟ ਪੇਸ਼ ਕਰ ਦਿੱਤਾ ਗਿਆ। ਇਸ ਬਜਟ ਦੇ ਵਿੱਚ ਕਿਸਾਨਾਂ ਦੇ ਲਈ ਕਈ ਖਾਸ ਪ੍ਰਬੰਧ ਹੋਣ ਦੀਆਂ ਵੀ ਗੱਲਾਂ ਆ ਰਹੀਆਂ ਨੇ। ਦੱਸ ਦਈਏ ਕਿ ਖਾਸ ਤੌਰ ਦੇ ਉੱਤੇ ਹੁਣ ਹਰਿਆਣਾ ਦੇ 2 ਵੱਡੇ ਇਲਾਕਿਆਂ ਨੂੰ ਫਿਲਮ ਸਿਟੀ ਦੇ ਵਿੱਚ ਤਬਦੀਲ ਕਰਨ ਦੇ ਲਈ ਵੀ ਇਸ ਬਜਟ ਦੇ ਵਿੱਚ ਪੈਸਾ ਰਾਖਵਾਂ ਰੱਖਿਆ ਗਿਆ। आज हरियाणा सरकार का बजट हमारे मुख्यमंत्री जो वित्त मंत्री भी हैं उन्होंने प्रस्तुत किया। एक किसान, गरीब, ग्रामीण विकास, स्वास्थ्य, ऐसे सब विषयों पर जो प्राथमिकता दी है, इसके लिए मैं उनको बधाई देता हूँ। कुछ बातों का उल्लेख मैं करूँगा कि एक तो मुझे ही खुद लग रहा था कि कोरोना काल में देश का बजट आया तब भी लग रहा था, अब हरियाणा के बजट में भी लग रहा था कि पिछले सालों के बजट के लेवल पर हम पहुँचेंगे क्या। लेकिन खुशी की बात यह है कि देश का भी जो बजट आवंटन थे वो बढ़े और हरियाणा के बजट आवंटन भी वो बढ़कर जो है 1,55,600 करोड़ से ऊपर चले गए। इसमें 13% की बढ़ोतरी है। इसके लिए मैं मुख्यमंत्री जी को, वित्त मंत्री जी को, हरियाणा वासियों को बधाई देता हूँ। वृद्धावस्था पेंशन भी 250 रुपये बढ़ी है, तो बुज़ुर्गों के लिए भी, ऐसे सब लोगों के लिए जिनके लिए पेंशन होती है
विधवा हमारी या इसी तरह के ऐसे ही लोग जो वंचित लोग हैं, इसलिए वंचित किसी भी कारण से या एक ऐसी सोशल सिक्योरिटी जिनको चाहिए, उनके लिए इसमें बहुत बड़ी बात हुई है ये बढ़ोतरी। अब ये 2500 रुपये पेंशन हो गई है। एक बात जो उल्लेखनीय है बहुत, मैं कहना चाहूँगा कि आज 7 कैटेगरी आयुष्मान में बढ़ाई है। उसमें 5 एकड़ से तक वाले किसान भी हैं और 1,80,000 रुपये से कम आमदनी वाले सब लोग हैं हरियाणा के। उसमें मीडिया कर्मी भी हैं, नंबरदार, चौकीदार, जिनको घुमंतु विमुक्त घुमंतु जाति कहते हैं, वो आज़ाद हिंद फौज, जो हमारे इमरजेंसी के विरुद्ध जेल में गए, हिंदी आंदोलन में गए, ऐसे सब लोगों को उसमें कवर किया है। ये एक बहुत बड़ी बात है। पहले आयुष्मान का दायरा केवल 2011 की जनगणना के आधार पे था और उसमें जो SCCC डाटा में जो थे उन्हीं को केवल मिल रहा था। हरियाणा सरकार ने इस बात की जो बढ़ोतरी की है। उधर दिल्ली यूनिवर्सिटी ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਹੁੰਚੇ ਨੇ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਖਾਸ ਕਰਕੇ ਹੋਸਟਲ ਦਾ ਉਦਘਾਟਨ ਕੀਤਾ ਹੈ। ਇਹ ਹੋਸਟਲ ਹੁਣ ਆਮ ਬੱਚਿਆਂ ਦੇ ਲਈ ਖੁੱਲ ਜਾਵੇਗਾ, ਜਿਸ ਦੇ ਵਿੱਚ ਆਮ ਬੱਚੇ ਆਪਣੇ ਘਰਾਂ ਤੋਂ ਦੂਰ ਆ ਕੇ ਰਹਿ ਸਕਿਆ ਕਰਨਗੇ ਅਤੇ ਉਹਨਾਂ ਦੀ ਸਿਹਤ ਦੇ ਲਈ ਵੀ ਖਾਸ ਕਿਸਮ ਦਾ ਪ੍ਰਬੰਧ ਇਹਨਾਂ ਹੋਸਟਲ ਦੇ ਵਿੱਚ ਕੀਤਾ ਗਿਆ ਹੈ। ਜਰਨਲ ਹਰੀ ਸਿੰਘ ਨਲੂਆ ਖਾਲਸਾ ਸਰਕਾਰ ਦੇ ਬਹੁਤ ਇੱਕ ਮਹਾਨ ਵੱਡੇ ਜਰਨੈਲ ਹੋਏ ਨੇ, ਜਿਨ੍ਹਾਂ ਨੇ ਫਰੰਟੀਅਰ ਦੇ ਵਿੱਚ ਆਪਣੀਆਂ ਜਿੱਤਾਂ ਦੇ ਝੰਡੇ ਗੱਡੇ ਨੇ ਔਰ ਉਹਨਾਂ ਦੀ ਵਜ੍ਹਾ ਕਰਕੇ ਹਿੰਦੁਸਤਾਨ ਦਾ ਇਤਿਹਾਸ ਜਿਹੜਾ ਹੈ ਉਹ ਬਦਲਿਆ। ਜੇ ਜਰਨਲ ਹਰੀ ਸਿੰਘ ਨਲੂਆ ਨਾ ਹੁੰਦੇ ਤੇ ਹਿੰਦੁਸਤਾਨ ਦਾ ਇਤਿਹਾਸ ਸ਼ਾਇਦ ਹੋਰ ਹੋਣਾ ਸੀ। ਮੈਨੂੰ ਖੁਸ਼ੀ ਹੈ ਕਿ ਖਾਲਸਾ ਕਾਲਜ ਨੇ ਜੋ ਹੋਸਟਲ ਬਣਾਇਆ ਹੈ ਉਹਦਾ ਨਾਮ ਜਿਹੜਾ ਹੈ ਜਰਨਲ ਹਰੀ ਸਿੰਘ ਨਲੂਆ ਦੇ ਨਾਮ ਦੇ ਉੱਤੇ ਰੱਖਿਆ। ਇਹਦੇ ਲਈ ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਔਰ ਸਮੁੱਚੀ ਕਾਲਜ ਦੀ ਮੈਨੇਜਮੈਂਟ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ। ਬੜਾ ਹੀ ਹਲਕੇ ਕਿਸਮ ਦਾ ਬਿਆਨ ਦਿੱਤਾ ਹੈ ਹਰਜੀਤ ਸਿੰਘ ਗਰੇਵਾਲ ਨੇ। ਮੈਂ ਸੁਣ ਰਿਹਾ ਸੀ ਜਦੋਂ ਇੱਕ ਪੱਤਰਕਾਰ ਉਹਨਾਂ ਨੂੰ ਪੁੱਛ ਰਿਹਾ ਸੀਗਾ, ਉਹਨਾਂ ਨੇ ਕਿਹਾ ਕਿ ਮੈਂ ਦਿੱਲੀ ਕਮੇਟੀ ਜਿਹੜੀ ਆ ਮੇਰਾ ਨਾਮ ਲੈ ਕੇ ਉਹਨਾਂ ਨੇ ਜਾਣਕਾਰੀ ਦਿੱਤੀ ਵੀ ਸਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਉਹਨਾਂ ਨੇ ਚਿੱਠੀ ਵੀ ਲਿਖੀ ਆ। ਗੱਲ ਇਹ ਕਿ ਜੇਕਰ ਤੇ ਤੁਸੀਂ ਐਜ਼ ਅ ਸਿੱਖ ਦੇਖੋਗੇ ਤੇ ਮਾਨਵਤਾ ਦੀ ਸੇਵਾ ਕਰਨਾ ਸਾਡਾ ਫਰਜ਼ ਬਣਦਾ ਹੈ, ਪਰ ਜੇ ਤੁਸੀਂ ਕਿਸੇ ਪਾਰਟੀ ਦਾ ਚਸ਼ਮਾ ਲਾ ਲੋਗੇ ਜਾਂ ਕਿਸੇ ਸੰਸਥਾ ਦਾ ਚਸ਼ਮਾ ਲਾ ਕੇ ਦੇਖੋਗੇ ਤੇ ਫਿਰ ਮੈਂ ਹਰਜੀਤ ਗਰੇਵਾਲ ਸਾਹਿਬ ਦਾ ਕੁਝ ਗੱਲ ਦਾ ਜਵਾਬ ਦੇ ਨਹੀਂ ਸਕਦਾ। ਬਹੁਤ ਹੀ ਹਲਕੀ ਕਿਸਮ ਦੀ ਸੋਚ ਆ। ਇੱਕ ਸਿੱਖ ਦੀ ਐਸੀ ਸੋਚ ਨਹੀਂ ਹੋ ਸਕਦੀ। ਜਦੋਂ ਵੀ ਮਾਨਵਤਾ ਦੀ ਸੇਵਾ ਦੀ ਲੋੜ ਪਈ ਆ, ਕਿਸਾਨ ਵੀ ਸਾਡੇ ਆਪਣੇ ਨੇ, ਉਹਨਾਂ ਦੀ ਲੰਗਰਾਂ ਦੇ ਪਾਣੀ ਦੀ ਵਿਵਸਥਾ ਕਰਨਾ, ਉਹਨਾਂ ਦੇ ਰਹਿਣ ਦੀ ਵਿਵਸਥਾ ਕਰਨਾ, ਸ਼੍ਰੋਮਣੀ ਕਮੇਟੀ ਹੋਵੇ, ਦਿੱਲੀ ਕਮੇਟੀ ਹੋਵੇ, ਹੋਰ ਸੰਸਥਾਵਾਂ, ਉਹਨਾਂ ਦਾ ਫਰਜ਼ ਬਣਦਾ ਹੈ। ਅੱਜ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਜਿਹੜੀ ਕਿ ਦਿੱਲੀ ਯੂਨੀਵਰਸਿਟੀ ਦੀ ਪ੍ਰਮੁੱਖ ਸੰਸਥਾ ਹੈ, ਸਭ ਤੋਂ ਵਧੀਆ ਕਾਲਜਸ ਦੇ ਵਿੱਚ ਸਾਡੇ ਕਾਲਜ ਦਾ ਨਾਮ ਆਉਂਦਾ। ਉਹਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਿਹਾ ਇਹ ਕਾਲਜ। ਅਸੀਂ ਜਰਨੈਲ ਹਰੀ ਸਿੰਘ ਨਲੂਆ ਦੇ ਨਾਮ ਦੇ ਉੱਪਰ ਇੱਕ ਹੋਸਟਲ ਸ਼ੁਰੂ ਕੀਤਾ ਹੈ, ਜਿਹਦੇ ਵਿੱਚ ਤਕਰੀਬਨ 250 ਬੱਚਿਆਂ ਦੇ ਰਹਿਣ ਦਾ ਪ੍ਰਬੰਧ ਹੈ। ਉਹਦੇ ਨਾਲ ਅਸੀਂ ਅਲਟਰਾ ਮਾਡਰਨ ਸਹੂਲਤਾਂ ਦੇ ਨਾਲ ਲੈਸ 4 ਲੈਕਚਰ ਥੀਏਟਰਸ ਜਿਹੜੇ ਨੇ ਉਹ ਅਸੀਂ ਤਿਆਰ ਕੀਤੇ ਨੇ ਔਰ ਉਹਦੇ ਵਿੱਚ ਅਸੀਂ ਬਹੁਤ ਸਾਰੇ ਮੀਡੀਆ ਕੋਰਸਿਸ, ਸਕਿੱਲ ਡਿਵੈਲਪਮੈਂਟ ਕੋਰਸਿਸ ਉਹ ਨਾਲ ਸ਼ੁਰੂ ਕਰਾਂਗੇ। ਇਹਦੇ ਵਿੱਚ ਸਾਨੂੰ ਬੜੀ ਲੰਬੇ ਸਮੇਂ ਤੋਂ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਗਰਲਜ਼ ਹੋਸਟਲ ਦੇ ਨਾਲ ਜਿਹੜੇ ਬੱਚੇ ਬਾਹਰੋਂ ਆਉਂਦੇ ਨੇ, ਖਾਸ ਕਰਕੇ ਸਿੱਖ ਬੱਚੇ ਉੱਤਰਾਖੰਡ, ਯੂਪੀ ਜਾਂ ਪੰਜਾਬ, ਹਰਿਆਣਾ ਦੇ, ਰਾਜਸਥਾਨ ਦੇ ਵੀ, ਉਹਨਾਂ ਬੱਚਿਆਂ ਨੂੰ ਇੱਥੇ ਰਹਿਣ ਦੀ ਬਹੁਤ ਵੱਡੀ ਮੁਸ਼ਕਲ ਸੀ ਤੇ ਅਸੀਂ ਉਹਨਾਂ ਨੂੰ ਬਿਲਕੁਲ ਇੱਕ ਜਿਸ ਤਰੀਕੇ ਦੇ ਨਾਲ ਅਸੀਂ ਪਹਿਲੇ 에ਅਰ ਕੰਡੀਸ਼ਨਡ ਹੋਸਟਲ ਤਿਆਰ ਕੀਤਾ ਸੀ, ਉਸੇ ਤਰੀਕੇ ਦੇ ਨਾਲ ਇਹ ਤਿਆਰ ਕੀਤਾ ਹੈ। ਉਧਰ ਪੰਜਾਬ ਦੇ ਵਿੱਚ ਲਗਾਤਾਰ 2 ਦਿਨਾਂ ਤੋਂ ਕਈ ਜਗ੍ਹਾਵਾਂ ਦੇ ਉੱਤੇ ਹਲਕਾ ਮੀਂਹ ਪੈ ਰਿਹਾ ਹੈ ਅਤੇ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਮੀਂਹ ਵੇਖਣ ਨੂੰ ਮਿਲਿਆ ਹੈ ਤੇ ਇਸ ਮੀਂਹ ਦੀ ਸੰਭਾਵਨਾ 15 ਮਾਰਚ ਤੱਕ ਦੇ ਲਈ ਮੌਸਮ ਵਿਭਾਗ ਨੇ ਹੋਰ ਜਤਾ ਦਿੱਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ 15 ਮਾਰਚ ਤੱਕ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕਾ ਮੀਂਹ ਪੈ ਸਕਦਾ ਹੈ, ਜੋ ਕਿ ਫਸਲ ਦੇ ਲਈ ਵੀ ਲਾਹੇਵੰਦ ਹੋ ਸਕਦਾ ਹੈ। पिछले दिनों काफ़ी ज़्यादा गर्मी शुरू हुई। साढ़े इत्थे टैंपरेचर जिहड़े हैगे आ 31-32 तक भी रिकॉर्ड किए गए एंड ਉਹਦੇ ਕਰਕੇ ਇੱਕ ਇੰਡਿਊਸਡ ਲੋ ਪ੍ਰੈਸ਼ਰ ਬਣ ਜਾਂਦਾ ਹੈਗਾ ਆ। ਵੈਸੇ ਲੋ ਪ੍ਰੈਸ਼ਰ ਏਰੀਆ ਮੂਵ ਕੀਤਾ ਹੈਗਾ ਹੈ ਪਾਕਿਸਤਾਨ ਅਫਗਾਨਿਸਤਾਨ ਏਰੀਆ ਤੋਂ। ਇਹਦੇ ਨਾਲ ਜ਼ਿਆਦਾ ਇਨਫਲੂਐਂਸ ਤਾਂ ਜੰਮੂ ਕਸ਼ਮੀਰ ਜਾਂ ਪਹਾੜੀ ਇਲਾਕਿਆਂ 'ਚ ਹੀ ਹੈ, ਪਰ ਜਿੰਨੇ ਸਾਡੇ ਪੰਜਾਬ ਦੇ ਸੈਂਟਰਲ ਜਾਂ ਨਰਦਰਨ ਡਿਸਟ੍ਰਿਕਟਸ ਹੈ, ਜਿਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ,
ਲੁਧਿਆਣਾ, ਜਲੰਧਰ, ਤਰਨਤਾਰਨ, ਹੁਸ਼ਿਆਰਪੁਰ, ਮੋਹਾਲੀ ਵਗੈਰਾ ਦੇ ਏਰੀਆਜ਼ ਆ ਜਾਂਦੇ ਆ। ਉਹਨਾਂ ਸਾਰਿਆਂ ਦੇ ਵਿੱਚ ਇਹ ਸਿਸਟਮ ਕਰਕੇ ਬੱਦਲਬਾਈ ਤੇ ਹਲਕੀ ਬਾਰਿਸ਼ ਕਿਤੇ ਕਿਤੇ ਦੀ ਪ੍ਰੈਡਿਕਸ਼ਨ ਹੈ। ਨਾਲ ਦੇ ਨਾਲ ਤੇਜ਼ ਹਵਾਵਾਂ ਦੀ ਵੀ ਹੈ। ਸੋ ਇਹ ਬੇਸਿਕਲੀ ਜ਼ਿਆਦਾ ਐਕਸਟ੍ਰੀਮ ਗਰਮੀ ਹੋਣ ਨਾਲ ਫਿਰ ਐਕਸਟ੍ਰੀਮ ਜਿਹੜਾ ਉਹ ਪ੍ਰੈਸ਼ਰ ਮੂਵਮੈਂਟ ਹੋ ਜਾਂਦੀ ਹੈਗੀ ਹੈ, ਲੋ ਪ੍ਰੈਸ਼ਰ ਮੂਵਮੈਂਟ, ਉਹਦੇ ਕਰਕੇ ਸਿਸਟਮ ਆਇਆ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਤੇ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੁੰਦੇ ਹਾਂ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।